ਹੈਲੋ एवरीवन वेलकम बैक टू आवर चैनल। बचपन ਦੇ ਵਿੱਚ ਆਪਾਂ ਇੱਕ ਟੈਂਸ ਵਾਲਾ ਚਾਰਟ ਪੜ੍ਹਦੇ ਹੁੰਦੇ ਸੀ, ਯਾਦ ਆ? ਉਹ ਟੀਚਰ ਆਪਾਂ ਨੂੰ ਬੋਰਡ ਤੇ ਇੱਕ ਟੇਬਲ ਜਾ ਬਣਾ ਕੇ ਆਪਾਂ ਨੂੰ ਸਮਝਾਉਂਦੇ ਹੁੰਦੇ ਸੀ। ਅੱਜ ਆਪਾਂ ਕੀ ਕਰਨਾ ਹੈ, ਉਹੀ ਟੈਂਸ ਵਾਲਾ ਚਾਰਟ ਪੜ੍ਹਨਾ ਹੈ। ਉਦੋਂ ਆਪਾਂ ਨੂੰ ਸਮਝ ਨਹੀਂ ਆਉਂਦਾ ਹੁੰਦਾ ਸੀ, ਬਟ ਅੱਜ ਆਪਾਂ ਉਹ ਚਾਰਟ ਖੁਦ ਸਮਝ ਕੇ ਬਣਾਉਣਾ ਹੈ ਕਿ ਇਹ ਚਾਰਟ ਐਗਜ਼ੈਕਟਲੀ ਬਣਦਾ ਕਿਵੇਂ ਹੈ। ਲੈਟਸ ਸਟਾਰਟ ਦ ਵੀਡੀਓ। ਸਾਡੇ ਕੋਲ ਟੈਂਸ ਹੈਗਾ ਕੀ ਆ, ਟੈਂਸ ਹੁੰਦਾ ਕੀ ਆ। ਜਦੋਂ ਆਪਾਂ ਇੱਕ ਸੈਂਟੈਂਸ ਚਾਹੇ ਲਿਖਦੇ ਆ ਚਾਹੇ ਬੋਲਦੇ ਆ, ਉਹਦੇ ਵਿੱਚ ਸਾਨੂੰ ਟੈਂਸ ਜਸਟ ਇੱਕ ਸਮਾਂ ਦੱਸਦਾ ਆ ਵੀ ਇਹ ਕਿਹੜਾ ਟਾਈਮ ਆ, ਇਹ ਪਾਸਟ ਆ, ਪ੍ਰੈਜ਼ੈਂਟ ਆ ਜਾਂ ਫਿਊਚਰ ਆ। ਅੱਗੇ ਟੈਂਸ ਡਿਫਰੈਂਟ ਸਿਚੁਏਸ਼ਨਸ ਵਿੱਚ ਆਉਂਦਾ, ਜਿਵੇਂ ਸਾਡੀ ਕੋਈ ਰੂਟੀਨ ਆ ਜਾਂ ਅਸੀਂ ਕੰਮ ਕਰ ਰਹੇ ਹਾਂ ਜਾਂ ਅਸੀਂ ਕੰਮ ਕਰ ਚੁੱਕੇ ਆ ਜਾਂ ਇਸ ਸਮੇਂ ਤੋਂ ਅਸੀਂ ਕੰਮ ਕਰ ਰਹੇ ਹਾਂ। ਇਹ ਡਿਫਰੈਂਟ ਸਿਚੁਏਸ਼ਨਸ ਨੇ। ਹੁਣ ਟਾਈਮ ਸਾਡੇ ਕੋਲੇ ਕਿੰਨੇ ਤਰ੍ਹਾਂ ਦਾ ਹੁੰਦਾ ਵਾ ਟੈਂਸ ਦੇ ਵਿੱਚ? 3 ਤਰ੍ਹਾਂ ਦਾ ਹੁੰਦਾ ਵਾ। ਪਾਸਟ ਕਿ ਮੈਂ ਕੰਮ ਕਰ ਚੁੱਕਾ ਵਾਂ, ਪ੍ਰੈਜ਼ੈਂਟ ਜੋ ਕੰਮ ਹੋ ਰਿਹਾ ਹੁੰਦਾ ਵਾ, ਫਿਊਚਰ ਜੋ ਕੰਮ ਅੱਗੇ ਤੁਹਾਡੇ ਫਿਊਚਰ ਦੇ ਵਿੱਚ ਹੋਊਗਾ। ਇਹ ਤੁਹਾਨੂੰ ਟਾਈਮ ਦੱਸ ਰਿਹਾ ਵਾ। ਫਰਦਰ ਅਗਰ ਆਪਾਂ ਸਿਚੁਏਸ਼ਨਸ ਦੀ ਗੱਲ ਕਰੀਏ, ਸਾਡੇ ਕੋਲ ਡਿਫਰੈਂਟ ਸਿਚੁਏਸ਼ਨਸ ਜਿਵੇਂ ਆਪਾਂ ਡਿਸਕਸ ਕਰਦੇ ਹਾਂ, ਕੰਟੀਨਿਊਸ ਆ ਗਿਆ, ਪਰਫੈਕਟ ਮਤਲਬ ਜਿਹਦੇ ਵਿੱਚ ਕੰਮ ਹੋ ਚੁੱਕਾ ਵਾ ਉਹਨੂੰ ਅਸੀਂ ਕੀ ਕਹਿੰਦੇ ਆ, ਪਰਫੈਕਸ਼ਨ ਦਿੰਦੇ ਆ। ਹੁਣ ਅਗਰ ਆਪਾਂ ਸਿੰਪਲ ਸੈਂਟੈਂਸ ਦੀ ਗੱਲ ਕਰੀਏ, ਆਪਾਂ ਰੂਟੀਨ ਦੀ ਗੱਲ ਕਰੀਏ, ਮੇਰੇ ਪੰਜਾਬੀ ਤੋਂ ਆਪਾਂ ਇੰਗਲਿਸ਼ ਬਣਾਉਂਦੇ ਆ। ਮੇਰੀ ਰੂਟੀਨ ਦੀ ਗੱਲ ਕਰੀਏ, ਮੈਂ ਸਵੇਰ 8 ਵਜੇ ਉੱਠਦੀ ਹਾਂ, ਮੈਂ ਸਵੇਰ ਵਾਕ ਤੇ ਜਾਂਦੀ ਹਾਂ, ਮੈਂ ਸਵੇਰ ਬ੍ਰੇਕਫਾਸਟ ਕਰਦੀ ਹਾਂ। ਇਹ ਮੇਰੀ ਰੂਟੀਨ ਆ, ਇਹ ਮੇਰਾ ਸਿੰਪਲ ਜਿਹਾ ਟੈਂਸ ਆ, ਸਿੰਪਲ ਜਿਹਾ ਟਾਈਮ ਦੱਸ ਰਿਹਾ ਵਾ ਇਹਦੇ ਵਿੱਚ। ਤਾਂ ਮੇਰਾ ਕੀ ਜਾਊਗਾ, ਕਿਹੜਾ ਇਹ ਮੇਰਾ ਟੈਂਸ ਜਾਊਗਾ? ਦਿਸ ਵਿਲ ਬੀ ਮਾਈ ਸਿੰਪਲ ਪ੍ਰੈਜ਼ੈਂਟ। ਪ੍ਰੈਜ਼ੈਂਟ ਆ ਨਾ, ਮਤਲਬ ਇਸ ਟਾਈਮ ਦੇ ਵਿੱਚ ਚੱਲ ਰਿਹਾ ਵਾ, ਇਸ ਸਮੇਂ ਦੇ ਵਿੱਚ ਚੱਲ ਰਿਹਾ ਵਾ, ਤਾਂ ਇਹ ਮੇਰਾ ਸਿੰਪਲ ਪ੍ਰੈਜ਼ੈਂਟ ਜਾਊਗਾ। ਹੁਣ ਮੇਰਾ ਸੈਂਟੈਂਸ ਕੀ ਸੀਗਾ ਇੱਥੇ? ਮੈਂ ਸਵੇਰ 8 ਵਜੇ ਉੱਠਦੀ ਹਾਂ, ਉੱਠਦੀ ਹਾਂ ਰੂਟੀਨ ਆ। ਤਾਂ ਹੁਣ ਇੱਥੇ ਜਦੋਂ ਅਸੀਂ ਇਹਦੀ ਪੰਜਾਬੀ ਤੋਂ ਇੰਗਲਿਸ਼ ਬਣਾਉਣੀ ਆ, ਜਦੋਂ ਆਪਾਂ ਸੈਂਟੈਂਸ ਫਾਰਮ ਕਰਦੇ ਆ ਉਹਦੇ ਵਿੱਚ ਸਾਡੇ ਕੋਲ ਸਬਜੈਕਟ ਐਂਡ ਆਬਜੈਕਟ, ਇਹ ਦੋਨੋਂ ਚੀਜ਼ਾਂ ਹਮੇਸ਼ਾ ਸੇਮ ਰਹਿੰਦੀਆਂ ਨੇ। ਖਾਲੀ ਟੈਂਸ ਦੇ ਅਕੋਰਡਿੰਗ, ਮਤਲਬ ਟਾਈਮ ਦੇ ਅਕੋਰਡਿੰਗ ਸਾਡੀ ਵਰਬ ਚੇਂਜ ਹੋ ਜਾਂਦੀ ਆ, ਸਿਚੁਏਸ਼ਨ ਦੇ ਅਕੋਰਡਿੰਗ ਸਾਡੀ ਹੈਲਪਿੰਗ ਵਰਬ ਚੇਂਜ ਹੋ ਜਾਂਦੀ ਆ। ਅੱਜ ਆਪਾਂ ਉਹੀ ਚੀਜ਼ ਸਟੱਡੀ ਕਰਨੀ ਆ ਕਿ ਕਿਵੇਂ ਸਾਡੀ ਟੈਂਸ ਦੇ ਅਕੋਰਡਿੰਗ ਕਿੱਥੇ ਕਿਹੜੀ ਵਰਬ ਆਣੀ ਆ ਤੇ ਕਿੱਥੇ ਸਿਚੁਏਸ਼ਨ ਦੇ ਅਕੋਰਡਿੰਗ ਕਿਹੜੀ ਹੈਲਪਿੰਗ ਵਰਬ ਆਣੀ ਆ। ਸਿੰਪਲ ਜਿਹਾ ਸੈਂਟੈਂਸ ਹੈ, ਮੈਂ ਸਵੇਰ 8 ਵਜੇ ਉੱਠਦੀ ਹਾਂ, ਮੇਰੀ ਰੂਟੀਨ ਹੈ, ਤਾਂ ਇਹ ਮੇਰੀ ਸਿੰਪਲ ਜਿਹੇ ਫਾਰਮ ਦੇ ਵਿੱਚ ਜਾਊਗੀ। ਮੈਂ 8 ਵਜੇ ਉੱਠਦੀ ਹਾਂ, ਮੇਰਾ ਪ੍ਰੈਜ਼ੈਂਟ ਟਾਈਮ ਆ, ਇੱਥੇ ਕਿਹੜੀ ਵਰਬ ਲੱਗੂਗੀ? ਵਰਬ ਦੀ ਫਰਸਟ ਫਾਰਮ ਲੱਗੂਗੀ। ਅਗਰ ਉਹੀ ਮੇਰਾ ਪਾਸਟ ਵਿੱਚ ਹੋਵੇ, ਮੈਂ ਕੋਈ ਸੈਂਟੈਂਸ ਲਵਾਂ, ਮੈਂ 8 ਵਜੇ ਉੱਠੀ ਹਾਂ, ਮਤਲਬ ਹੈ ਸੇਮ ਟਾਈਮ ਬਟ ਉਹ ਥੋੜਾ ਜਿਹਾ ਪਿੱਛੇ ਚਲਾ ਗਿਆ, 2-3 ਘੰਟੇ ਪਿੱਛੇ ਚਲਾ ਗਿਆ ਕਿ ਮੈਂ 8 ਵਜੇ ਉੱਠੀ ਹਾਂ, ਤਾਂ ਉਹ ਮੇਰਾ ਕੀ ਚੱਲ ਜੂਗਾ? ਸਿੰਪਲ ਪਾਸਟ ਚੱਲ ਜੂਗਾ। ਹੁਣ ਇਹ ਪਾਸਟ ਚਲਾ ਗਿਆ, ਪ੍ਰੈਜ਼ੈਂਟ ਦੇ ਵਿੱਚ ਮੈਂ ਵਰਬ ਦੀ ਫਰਸਟ ਫਾਰਮ ਲਾਈ ਸੀ, ਬਟ ਜਦੋਂ ਇਹ ਪਾਸਟ ਚਲਾ ਗਿਆ ਤਾਂ ਮੈਂ ਇੱਥੇ ਵਰਬ ਦੀ ਸੈਕਿੰਡ ਫਾਰਮ ਲਾਉਂਗੀ। ਉਹੀ ਅਗਰ ਮੇਰਾ ਕੋਈ ਫਿਊਚਰ ਦਾ ਸੈਂਟੈਂਸ ਆ ਜਾਊਗਾ, ਮੈਂ ਜਿਵੇਂ ਕਹਿ ਸਕਦੀ ਹਾਂ ਮੈਂ ਸਵੇਰ 8 ਵਜੇ ਉੱਠੂੰਗੀ, ਤਾਂ ਮੇਰਾ ਉੱਥੇ ਕੀ ਆ ਜਾਊਗਾ? ਵਰਬ ਮੇਰੀ ਉਹੀ ਰਹੂਗੀ, ਵਰਬ ਦੀ ਫਰਸਟ ਫਾਰਮ, ਬਟ ਹੁਣ ਮੈਂ ਫਿਊਚਰ ਦੀ ਗੱਲ ਕਰ ਰਹੀ ਹਾਂ ਤਾਂ ਮੇਰੇ ਇੱਥੇ ਨਾਲ ਹੈਲਪਿੰਗ ਵਰਬ ਲੱਗ ਜੂਗੀ, ਦੈਟ ਵਿਲ ਬੀ ਵਿਲ ਔਰ ਸ਼ੈਲ। ਹੁਣ ਵਿਲ ਕਿੱਥੇ ਲੱਗਣਾ ਹੈ, ਸ਼ੈਲ ਕਿੱਥੇ ਲੱਗਣਾ ਹੈ, ਇਹਦੀ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ। ਵਿਲ ਡਿਸਕਸ ਕਰਦੇ ਹਾਂ। ਹੁਣ ਨੋਰਮਲੀ ਆਪਾਂ ਸਿੰਪਲ ਸੈਂਟੈਂਸ ਦੇ ਵਿੱਚ ਮੇਰਾ ਸੈਂਟੈਂਸ ਕੀ ਸੀਗਾ? ਮੈਂ ਸਵੇਰ 8 ਵਜੇ ਉੱਠੂੰਗੀ, ਤਾਂ ਮੇਰਾ ਸੈਂਟੈਂਸ ਕੀ ਬਣੂਗਾ? ਹੁਣ ਉੱਥੇ ਕੀ ਲੱਗਣਾ ਹੈ? ਵਰਬ ਦੀ ਫਰਸਟ ਫਾਰਮ ਲੱਗਣੀ ਆ, ਨਾਲ ਮੈਂ ਕੀ ਲਾਣਾ ਆ? ਵਿਲ ਲਗਾਉਣਾ ਆ। ਆਈ will wake up at 8 o'clock in the morning. Okay, ਇਹ ਤਾਂ ਆਪਣੀ ਹੋ ਗਈ ਸੀਗੀ ਸਿੰਪਲ ਜੀ ਗੱਲ। ਜੋ ਮੇਰੀ ਸਿੰਪਲ ਰੂਟੀਨ ਸੀਗੀ ਉਹਦੇ ਵਿੱਚ ਆਪਣੇ ਕੋਲੇ ਸਿੰਪਲ ਵਰਬਸ ਲੱਗੀਆਂ ਨੇ। ਵਰਬ ਦੀ ਫਰਸਟ ਫਾਰਮ ਜਦੋਂ ਪ੍ਰੈਜ਼ੈਂਟ ਆ, ਵਰਬ ਦੀ ਫਰਸਟ ਫਾਰਮ ਪਲੱਸ ਵਿਲ ਔਰ ਸ਼ੈਲ ਕਦੋਂ ਲੱਗਣਾ? ਜਦੋਂ ਆਪਾਂ ਫਿਊਚਰ ਦੀ ਗੱਲ ਕਰ ਰਹੇ ਹਾਂ। ਵਰਬ ਦੀ ਸੈਕਿੰਡ ਫਾਰਮ ਕਦੋਂ ਲੱਗਣੀ ਹੈ? ਜਦੋਂ ਆਪਾਂ ਸਿੰਪਲ ਸੈਂਟੈਂਸ ਪਰ ਥੋੜਾ ਜਿਹਾ ਪਾਸਟ ਦੀ ਗੱਲ ਕਰ ਰਹੇ ਹਾਂ, ਮਤਲਬ 2-3 ਘੰਟੇ ਪਿੱਛੇ ਦੀ ਗੱਲ ਕਰ ਰਹੇ ਹਾਂ, ਉਦੋਂ ਵਰਬ ਦੀ ਸੈਕਿੰਡ ਫਾਰਮ ਲੱਗਣੀ ਆ। ਸੈਂਟੈਂਸ ਕਿੱਦਾਂ ਫਾਰਮ ਕਰਨਾ ਹੈ? ਆਈ ਨੋ ਇੱਥੇ ਤੁਹਾਡੇ ਡਾਊਟਸ ਹੋਣਗੇ, ਸਬਜੈਕਟ ਕਿੱਥੇ ਲੱਗਣਾ ਹੈ, ਆਬਜੈਕਟ ਕਿੱਥੇ ਲੱਗਣਾ ਹੈ, ਵਰਬਸ ਲੱਗਣੀਆਂ ਕਿੱਥੇ ਹੈ ਸੈਂਟੈਂਸ ਦੇ ਵਿੱਚ, ਹੈ ਨਾ। ਉਹਦੀ ਜੋ ਵੀਡੀਓ ਆ ਉਸਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਵਾ। ਜੋ ਪ੍ਰੈਪੋਜੀਸ਼ਨਸ ਕਿਹੜੀਆਂ ਕਿੱਥੇ ਲੱਗਣੀਆਂ ਨੇ ਉਸ ਦੀ ਵੀਡੀਓ ਦਾ ਵੀ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਆ। ਤੁਸੀਂ ਉਹ ਵੀਡੀਓਜ਼ ਦੇਖ ਕੇ ਨਾਲ ਦੇ ਨਾਲ ਇਹ ਵੀਡੀਓ ਗੋ ਥਰੂ ਕਰ ਸਕਦੇ ਹੋ। ਓਕੇ, ਅੱਗੇ ਕਰਦੇ ਹਾਂ ਡਿਸਕਸ।
ਹੁਣ ਇਹ ਆ ਗਿਆ ਸਾਡਾ ਸਮਾਂ ਕਲੀਅਰ ਹੋ ਗਿਆ ਪਾਸਟ ਆ ਪ੍ਰੈਜ਼ੈਂਟ ਆ ਫਿਊਚਰ ਆ ਸਿਚੁਏਸ਼ਨਸ ਕਰ ਰਹੇ ਸੀ ਆਪਾਂ ਸਿੰਪਲ ਸਿਚੁਏਸ਼ਨ ਡਿਸਕਸ ਕਰ ਲਈ ਅੱਗੇ ਸਿਚੁਏਸ਼ਨ ਆ ਗਈ ਕੰਟੀਨਿਊਸ ਜਿਵੇਂ ਕੰਟੀਨਿਊਸ ਕੀ ਹੁੰਦਾ ਜੋ ਕੰਮ ਹੋ ਰਿਹਾ ਹੁੰਦਾ ਵਾ ਹੁਣ ਰਾਈਟ ਨਾਓ ਕੀ ਹੋ ਰਿਹਾ ਵਾ ਮੈਂ ਕਲਾਸ ਲੈ ਰਹੀ ਹਾਂ ਹੁਣ ਇੱਥੇ ਟਾਈਮ ਕੀ ਆ ਗਿਆ ਪ੍ਰੈਜ਼ੈਂਟ ਟਾਈਮ ਆ ਚੱਲ ਰਿਹਾ ਵਾ ਰਹੀਆਂ ਸਿਚੁਏਸ਼ਨ ਆ ਗਿਆ ਮਤਲਬ ਹੋ ਰਿਹਾ ਆ ਤਾਂ ਇੱਥੇ ਮੇਰਾ ਕਿਹੜੀ ਸਿਚੁਏਸ਼ਨ ਆਈ ਇਹ ਸਾਡਾ ਬਣ ਗਿਆ ਕੰਟੀਨਿਊਸ ਕਲੀਅਰ ਹੁਣ ਇੱਥੇ ਸਾਨੂੰ ਕਨਫਿਊਜ਼ਨ ਹੁੰਦੀ ਆ ਕਿ ਪਾਸਟ ਵਿੱਚ ਕੀ ਲੱਗਣਾ ਹੈ ਪ੍ਰੈਜ਼ੈਂਟ ਵਿੱਚ ਕੀ ਲੱਗਣਾ ਹੈ ਫਿਊਚਰ ਵਿੱਚ ਕੀ ਲੱਗਣਾ ਹੈ ਉਹ ਆਪਾਂ ਕਲੀਅਰ ਕਰਦੇ ਆ ਪਹਿਲਾਂ ਆਪਾਂ ਗੱਲ ਕਰਦੇ ਹਾਂ ਪ੍ਰੈਜ਼ੈਂਟ ਦੀ ਸਿੰਪਲ ਜੀ ਸੈਂਟੈਂਸ ਲਿਆ ਸੀ ਮੈਂ ਕਿ ਮੈਂ ਕਲਾਸ ਲੈ ਰਹੀ ਹਾਂ ਨੇ ਕਲੀਅਰ ਕਰਤਾ ਕਿ ਮੇਰਾ ਕੰਟੀਨਿਊਸ ਆ ਪ੍ਰੈਜ਼ੈਂਟ ਆ ਹੁਣ ਇਹਦੀ ਮੈਂ ਅਗਰ ਇੰਗਲਿਸ਼ ਬੋਲਣੀ ਹੋਊਗੀ ਮੈਂ ਕੀ ਕਹੂੰਗੀ ਆਈ ਐਮ ਟੇਕਿੰਗ ਦਿਸ ਕਲਾਸ ਟੇਕਿੰਗ ing ਫਾਰਮ ਆਇਆ ਸੀਗਾ ਮਤਲਬ ਇੱਥੇ ਵਰਬ ਕਿਹੜੀ ਲੱਗਣੀ ਆ ਸਾਡੀ ing ਜਦੋਂ ਵੀ ਤੁਹਾਡਾ ਕੰਟੀਨਿਊਸ ਆਣਾ ਵਾ ਹਮੇਸ਼ਾ ਤੁਹਾਡੀ ing ਵਰਬ ਲੱਗਣੀ ਆ ਬਸ ਜਿਹੜੇ ਤੁਹਾਡੇ ਹੈਲਪਿੰਗ ਵਰਬਸ ਨੇ ਉਹ ਚੇਂਜ ਹੁੰਦੇ ਨੇ ਫਿਊਚਰ ਵਿੱਚ ਵੀ ing ਲੱਗਣੀ ਆ ਪਾਸਟ ਵਿੱਚ ਵੀ ing ਲੱਗਣੀ ਆ ਚੇਂਜ ਕੀ ਹੋਣਾ ਹੈ ਹੈਲਪਿੰਗ ਵਰਬ ਜਦੋਂ ਅਸੀਂ ਪ੍ਰੈਜ਼ੈਂਟ ਦੀ ਗੱਲ ਕਰਦੇ ਆ ਤਾਂ ਸਾਡੀਆਂ ਹੈਲਪਿੰਗ ਵਰਬਸ ਲੱਗਦੀਆਂ ਨੇ is am are is am are ਇਹ ਕਿੱਥੇ ਲੱਗਦਾ ਆ ਡਿਸਕਸ ਕਰਦੇ ਆ ਹੁਣ ਜਿਵੇਂ ਮੈਂ ਆਪਣੀ ਗੱਲ ਕੀਤੀ ਸੀਗੀ I am taking this class मैं अपनी गल कर रही हाँ तो मैं am लगाया नाल वर्ब किहड़ी लगी वर्ब दी फर्स्ट फॉर्म प्लस ing टेकिंग लगी हुण उही अगर आपां इस दी गल करिए इस कित्थे लगूगा मान लो साडे कोल सेंटेंस है ओ क्लास लै रही है ओ एक सेकंड पर्सन आ तो उत्थे की लगूगा शी इज टेकिंग क्लास ਉਹੀ अगर आप आर लगाना होवे अगर आप प्लूरल विच आ जाइए तो आप की लगावांगे दे आर टेकिंग द क्लास बस ये माइंड च रखो कि साडे कोले कंटीन्यूअस दे विच वर्ब किहड़ी लगनी जदों समा चल रहा हुंदा वा तां उदों साडी वर्ब हमेशा ing लगदी आ बस समय दे अकॉर्डिंग साडीआं हेल्पिंग वर्ब्स चेंज हुंदियां ने हुण साडे कोले हेल्पिंग वर्ब इत्थे प्रेजेंट दे विच आ गई इज एम आर ਉਹੀ अगर मेरा सेंटेंस आ जिहड़ा पास्ट विच जावे मतलब मान लो मैं तुहानूं कह रही हाँ मैं क्लास लै रही सी तो मेरा इत्थे समा किहड़ा चला गया पास्ट चला गया रही सी कंटीन्यूअस चला गया वर्ब तो ing लगनी आ फिर चेंज की होना इत्थे चेंज होना साडा हेल्पिंग वर्ब किहड़ी लगनी आ साडे कोले या was या were हुण was कित्थे लगना है were कित्थे लगना है वो आप डिस्कस कर लेने सिंगुलर चीज़ आ तो was लगूगा प्लूरल चीज़ आ तो were लगूगा हुण अगर मैं अपनी गल करनी आ मतलब मैं क्लास लै रही सी ना मैं सिंगुलर तो मेरा इंग्लिश में सेंटेंस की बनूगा I was taking their class हुण अगर मैं काफ़ी जाने बंदियां दी गल कर रही हाँ they were taking their class क्लियर है हुण उही अगर साडे कोले फ्यूचर आ जांदा वर्ब उही लगनी आ ing वर्ब नहीं चेंज होनी बस चेंज की होनी हेल्पिंग वर्ब चेंज होनी आ हुण इत्थे साडे कोले हेल्पिंग वर्ब किहड़ी लगनी आ सेंटेंस की हो सकदा मैं उदों क्लास लै रही होंगी समा क्लियर हो गया फ्यूचर आ होंगी की क्लियर हो गया रही होंगी ने सिचुएशन दसती कि कंटीन्यूअस आ सो साडे कोले इत्थे हेल्पिंग वर्ब किहड़ी लगनी आ will be या shall be सेम वही will be कितने लग सकता shall be कितने लग सकता इस चीज़ की थोड़ा एक डिफरेंट वीडियो मिल जाएगी राइट नाउ खाली आप सिर्फ हेल्पिंग वर्ब डिस्कस कर लिए कि कितने केड़ी लगती है ओके और मेरा सेंटेंस आ मैं उदों क्लास लै रही होंगी तो मैंने इंग्लिश की बोली I will be taking class at that time will be taking class फ्यूचर विच की चला गया विल बी चला गया प्रेजेंट विच की गया इज एम आर वर्ब दी फर्स्ट फॉर्म प्लस ing आ गया पास्ट विच की आया was वर्ब दी फर्स्ट फॉर्म प्लस ing आया नैक्सट साडे कोले समय क्लीयर हो गए टाइम क्लीयर हो गए पास्ट आ प्रेजेंट आ फ्यूचर आ बट एक होर सिचुएशन आ जाती आ जिथे हुंदा आ कि मेरा काम हो चुका है ना काम हो गया कोई इस चीज़ नूं बदल नहीं सकता कोई आके उस चीज़ नूं रेज नहीं कर सकता मतलब वो की बन गया परफेक्ट आ
ਉਹਨੂੰ ਕੋਈ ਬਦਲ ਨਹੀਂ ਸਕਦਾ। ਸਾਡੇ ਕੋਲੇ ਥਰਡ ਸਿਚੁਏਸ਼ਨ ਕਿਹੜੀ ਆ? ਪਰਫੈਕਟ। ਓਕੇ, ਹੁਣ ਪਰਫੈਕਟ ਦੇ ਵਿੱਚ ਵੀ ਸਾਡੇ ਕੋਲੇ 3 ਟਾਈਮ ਨੇ, ਪਾਸਟ, ਪ੍ਰੈਜ਼ੈਂਟ, ਫਿਊਚਰ। ਪਰਫੈਕਟ ਹੁੰਦਾ ਕੰਮ ਹੋ ਚੁੱਕਿਆ। ਜਿਵੇਂ ਮੰਨ ਲਓ ਮੈਂ ਹੁਣ ਕਲਾਸ ਲੈ ਰਹੀ ਹਾਂ, ਤਾਂ ਮੈਂ ਕਲਾਸ ਬਾਅਦ ਵਿੱਚ ਅਗਰ ਮੈਂ ਸੈਂਟੈਂਸ ਕਹੂੰਗੀ ਤਾਂ ਮੈਂ ਕੀ ਕਹੂੰਗੀ? ਮੈਂ ਕਲਾਸ ਲੈ ਚੁੱਕੀ ਹਾਂ, ਮੇਰੀ ਕਲਾਸ ਹੋ ਚੁੱਕੀ ਆ, ਕੰਮ ਹੋ ਚੁੱਕਿਆ। ਪ੍ਰੈਜ਼ੈਂਟ ਆਣਾ, ਪ੍ਰੈਜ਼ੈਂਟ ਦੇ ਵਿੱਚ ਆਊਗਾ, ਪਰ ਹੈਗਾ ਕੀ ਆ? ਹੋ ਚੁੱਕਿਆ ਵਾ। ਸੋ ਇਹ ਕੀ ਕੰਸੀਡਰ ਕਰਦਾ? ਕਿਹੜੀ ਸਿਚੁਏਸ਼ਨ ਆ? ਇਹ ਪਰਫੈਕਟ ਦੀ ਕੰਡੀਸ਼ਨ ਆ। ਹੁਣ ਹੁੰਦਾ ਕੀ ਆ, ਜਦੋਂ ਸਾਡੇ ਕੋਲੇ ਪਰਫੈਕਟ ਦੀ ਕੰਡੀਸ਼ਨ ਆਉਂਦੀ ਆ ਤਾਂ ਹਮੇਸ਼ਾ ਜਿਹੜੀ ਸਾਡੀ ਵਰਬ ਹੁੰਦੀ ਆ ਉਹ ਹਮੇਸ਼ਾ ਵਰਬ ਦੀ ਥਰਡ ਫਾਰਮ ਲੱਗਦੀ ਹੁੰਦੀ ਆ। ਅਗਰ ਅਸੀਂ ਸਿਚੁਏਸ਼ਨਸ ਦੇ ਅਕੋਰਡਿੰਗ ਵਰਬਸ ਦੀ ਗੱਲ ਕਰੀਏ ਤਾਂ ਜਿਹੜੀ ਸਾਡੀ ਕੰਟੀਨਿਊਸ ਦੀ ਸਿਚੁਏਸ਼ਨ ਆ ਉਹਦੇ ਵਿੱਚ ਹਮੇਸ਼ਾ ING ਲੱਗਦੀ ਆ, ਚਾਹੇ ਉਹ ਪਾਸਟ ਵਿੱਚ ਹੋਵੇ, ਪ੍ਰੈਜ਼ੈਂਟ ਹੋਵੇ ਜਾਂ ਫਿਊਚਰ 'ਚ ਹੋਵੇ। ਅਗਰ ਆਪਾਂ ਪਰਫੈਕਸ਼ਨ ਦੀ ਗੱਲ ਕਰੀਏ ਤਾਂ ਹਮੇਸ਼ਾ ਤੁਹਾਡੀ ਵਰਬ ਦੀ ਥਰਡ ਫਾਰਮ ਲੱਗਦੀ ਆ, ਚਾਹੇ ਉਹ ਪਾਸਟ ਹੋਵੇ, ਚਾਹੇ ਪ੍ਰੈਜ਼ੈਂਟ ਹੋਵੇ ਜਾਂ ਫਿਊਚਰ ਹੋਵੇ। ਬਸ ਚੇਂਜ ਕੀ ਹੁੰਦਾ? ਸਾਡੇ ਟਾਈਮ ਦੇ ਅਕੋਰਡਿੰਗ ਹੈਲਪਿੰਗ ਵਰਬਸ ਚੇਂਜ ਹੋ ਜਾਂਦੀਆਂ ਨੇ, ਉਹੀ ਆਪਾਂ ਡਿਸਕਸ ਕਰ ਰਹੇ ਹਾਂ। ਓਕੇ, ਸਾਡੇ ਕੋਲ ਇੱਥੇ ਸੈਂਟੈਂਸ ਆਇਆ ਸੀਗਾ ਕਿ ਮੈਂ ਕਲਾਸ ਲੈ ਚੁੱਕੀ ਹਾਂ, ਮੈਂ ਕਲਾਸ ਕਰ ਚੁੱਕੀ ਹਾਂ। ਤਾਂ ਮੇਰਾ ਇੱਥੇ ਕੀ ਬਣੂਗਾ? ਇੱਥੇ ਸੈਂਟੈਂਸ ਕੀ ਬਣੂਗਾ? I have completed my class। ਹੁਣ ਵਰਬ ਕਿਹੜੀ ਲੱਗੀ ਮੇਰੇ ਕੋਲੇ? ਵਰਬ ਦੀ ਥਰਡ ਫਾਰਮ ਲੱਗੀ ਹੈ ਜੋ ਆਪਾਂ ਇੱਥੇ ਡਿਸਕਸ ਕੀਤੀ ਹੈ। ਬਟ ਮੇਰੇ ਕੋਲ ਇੱਥੇ ਹੈਲਪਿੰਗ ਵਰਬ ਕਿਹੜੀ ਚੇਂਜ ਹੋਗੀ? ਮੈਂ ਇੱਥੇ ਲਗਾਉਣਾ ਆ, ਜਦੋਂ ਮੈਂ ਪ੍ਰੈਜ਼ੈਂਟ ਦੇ ਵਿੱਚ ਆਪਣੀ ਹੈਲਪਿੰਗ ਵਰਬ ਲਗਾਉਣੀ ਆ ਮੈਂ ਹਮੇਸ਼ਾ ਯੂਜ਼ ਕਰੂੰਗੀ ਹੈਜ਼ ਜਾਂ ਹੈਵ। ਹੁਣ ਹੈਜ਼ ਕਿੱਥੇ ਲੱਗਣਾ ਹੈ, ਹੈਵ ਕਿੱਥੇ ਲੱਗਣਾ ਹੈ, ਇਸ ਚੀਜ਼ ਦੀ ਤੁਹਾਨੂੰ ਅਲੱਗ ਵੀਡੀਓ ਮਿਲ ਜੂਗੀ, ਤੁਸੀਂ ਉੱਥੇ ਪੂਰੀ ਕਲੈਰਿਟੀ ਨਾਲ ਦੇਖ ਸਕਦੇ ਹੋ। ਰਾਈਟ ਨਾਓ ਆਪਾਂ ਖਾਲੀ ਡਿਫਰੈਂਸ ਸਮਝੀਏ ਟਾਈਮਸ ਦਾ ਐਂਡ ਸਿਚੁਏਸ਼ਨਸ ਦਾ। ਓਕੇ, ਹੁਣ ਮੇਰੇ ਕੋਲ ਇੱਥੇ ਸੈਂਟੈਂਸ ਕੀ ਬਣਿਆ? I have completed my class। ਉਹੀ ਅਗਰ ਮੇਰੇ ਕੋਲੇ ਪਾਸਟ ਵਿੱਚ ਹੋਵੇ, ਵਰਬ ਦੀ ਫਾਰਮ ਤਾਂ ਉਹੀ ਲੱਗਣੀ ਹੈ ਮੇਰੀ, ਵਰਬ ਦੀ ਥਰਡ ਫਾਰਮ, ਪਰ ਇੱਥੇ ਮੇਰੇ ਕੋਲੇ ਹੈਲਪਿੰਗ ਵਰਬ ਕਿਹੜੀ ਲੱਗੂਗੀ? ਪਾਸਟ ਵਿੱਚ ਹਮੇਸ਼ਾ ਥੋੜੀ ਹੈਲਪਿੰਗ ਵਰਬ ਲੱਗਦੀ ਆ had, ਸਿੰਗਲ ਹੈਲਪਿੰਗ ਵਰਬ ਲੱਗਦੀ ਆ had। ਇਹੀ ਅਗਰ ਮੇਰੇ ਕੋਲੇ ਸੈਂਟੈਂਸ ਹੋਵੇ that मैं अपनी क्लास खत्म कर चुकी सी, पास्ट आ गया, चुकी आ गया, परफेक्शन आ पर वो सी चा, तो मेरी इंग्लिश की बोलूँगी I had completed my class। यही अगर मेरे को फ्यूचर च आ जाए फिर मैं क्या लगाऊंगी? फॉर्म मेरी वही लगूगी, वर्ब की थर्ड फॉर्म, बस मेरी हेल्पिंग वर्ब चेंज हो जाऊगी। I will write, will have या shall have। ਹੁਣ ਇੱਥੇ ਉਹੀ ਚੀਜ਼ will have ਕਿੱਥੇ ਲੱਗਣਾ ਆ, shall have ਕਿੱਥੇ ਲੱਗਣਾ ਆ, ਉਸ ਚੀਜ਼ ਦੀ ਤੁਹਾਨੂੰ ਅਲੱਗ ਵੀਡੀਓ ਮਿਲ ਜੂਗੀ। ਓਕੇ, ਹੁਣ ਮੇਰੇ ਕੋਲ ਸੈਂਟੈਂਸ ਆ ਮੈਂ ਆਪਣੀ ਕਲਾਸ ਉਦੋਂ ਤੱਕ ਖਤਮ ਕਰ ਚੁੱਕੀ ਹੋਊਂਗੀ। ਚੁੱਕੀ ਹੋਊਂਗੀ, ਚੁੱਕੀ ਇਜ਼ ਪਰਫੈਕਸ਼ਨ, ਚੁੱਕੀ ਕਲੀਅਰ ਕਰ ਰਿਹਾ ਵਾ ਕਿ ਅਸੀਂ ਪਰਫੈਕਟ ਟੈਂਸ ਦੀ ਗੱਲ ਕਰ ਰਹੇ ਹਾਂ, ਬਟ ਹੋਊਂਗੀ ਕੀ ਕਲੀਅਰ ਕਰ ਰਿਹਾ ਕਿ ਉਹ ਮੇਰਾ ਫਿਊਚਰ ਆ। ਤਾਂ ਮੇਰੇ ਕੋਲ ਵਰਬ ਦੀ ਥਰਡ ਫਾਰਮ ਪਰਫੈਕਸ਼ਨ ਕਲੀਅਰ ਕਰ ਰਿਹਾ ਕਿ ਵਰਬ ਦੀ ਥਰਡ ਫਾਰਮ ਹੀ ਆਣੀ ਆ, ਬਟ ਫਿਊਚਰ ਦੇ ਵਿੱਚ ਜਾਣਾ ਆ ਤਾਂ ਮੇਰੀ ਹੈਲਪਿੰਗ ਵਰਬ ਚੇਂਜ ਹੋਗੀ, ਇੱਥੇ ਵਿਲ ਹੈਵ ਆ ਗਿਆ। ਤਾਂ ਮੇਰੀ ਇੰਗਲਿਸ਼ ਕੀ ਆਊਗੀ? I will have finished the class till that time। will have finished। okay, next ਸਾਡੇ ਕੋਲ ਆ ਜਾਂਦੀ ਹੈ ਸਿਚੁਏਸ਼ਨ, ਲਾਸਟ ਸਿਚੁਏਸ਼ਨ ਆ ਜਾਂਦੀ ਆ, ਇਹਨੂੰ ਅਸੀਂ ਕਹਿੰਦੇ ਆ ਪਰਫੈਕਟ ਕੰਟੀਨਿਊਸ। ਹੁਣ ਪਰਫੈਕਟ ਕੰਟੀਨਿਊਸ ਕੀ ਹੁੰਦਾ ਵਾ? ਪਰਫੈਕਟ ਤਾਂ ਉਹੀ ਆ ਗਿਆ ਨਾ ਜਿਹੜਾ ਆਪਾਂ ਹੁਣੇ ਪੜ੍ਹ ਕੇ ਆਏ ਆ ਕਿ ਹੋ ਚੁੱਕਿਆ ਕੰਮ। ਕੰਟੀਨਿਊਸ ਕੀ ਆਇਆ? ਕਿ ਉਹ ਚੱਲ ਰਿਹਾ। ਫਿਰ ਇਹ ਦੋ ਚੀਜ਼ਾਂ ਕੰਬਾਈਨ ਕਿਵੇਂ ਹੋ ਸਕਦੀਆਂ ਨੇ? ਪਰਫੈਕਸ਼ਨ ਹੋ ਚੁੱਕੀ, ਕੰਟੀਨਿਊਸ ਹੋ ਰਹੀ ਆ, ਇਹਨਾਂ ਦੋਨਾਂ ਚੀਜ਼ਾਂ ਨੂੰ ਕੰਬਾਈਨ ਕਰਕੇ ਕਰਤਾ। ਮਤਲਬ ਕੋਈ ਐਵੇਂ ਦੀ ਚੀਜ਼ ਚਾਹੀਦੀ ਆ ਜਿਹੜੀ ਇੰਨੇ ਸਮੇਂ ਤੋਂ ਚੱਲ ਰਹੀ ਆ, ਉਹ ਇੰਨੇ ਟਾਈਮ ਪਹਿਲਾਂ ਸ਼ੁਰੂ ਹੋਈ ਸੀ, ਹੋ ਚੁੱਕੀ ਸੀ ਤੇ ਉਹ ਹਜੇ ਤੱਕ ਚੱਲ ਰਹੀ ਆ। ਇਹ ਸਾਡਾ ਕੀ ਬਣਦਾ ਆ? ਪਰਫੈਕਟ ਕੰਟੀਨਿਊਸ ਬਣਦਾ। ਹੁਣ ਉਹੀ ਅਗਰ ਆਪਾਂ ਪ੍ਰੈਜ਼ੈਂਟ ਦੀ ਗੱਲ ਕਰੀਏ, ਜਿਵੇਂ ਮੇਰੇ ਕੋਲ ਸੈਂਟੈਂਸ ਹੋਊਗਾ ਦੈਟ ਬੱਚੇ 2 ਵਜੇ ਤੋਂ ਪੜ੍ਹ ਰਹੇ ਹਨ। ਬੱਚੇ ਮਤਲਬ 2 ਵਜੇ ਪੜ੍ਹਨ ਬੈਠੇ, ਇਹ ਕੀ ਬਣ ਗਿਆ? ਹੋ ਚੁੱਕਿਆ ਨਾ, ਪਰਫੈਕਸ਼ਨ ਬਣ ਗਈ, ਬਟ ਉਹ ਹਜੇ ਤੱਕ ਪੜ੍ਹ ਰਹੇ ਆ, ਤਾਂ ਮੇਰਾ ਕੀ ਬਣ ਗਿਆ? ਉਹ ਕੰਟੀਨਿਊਸ ਬਣ ਗਿਆ। ਤਾਂ ਮੈਨੂੰ ਇੰਗਲਿਸ਼ ਵਿੱਚ ਕਿੱਦਾਂ ਬੋਲੂੰਗੀ? ਚਿਲਡਰਨ ਹੈਵ ਬੀਨ। ਓਕੇ, ਹੁਣ ਸਾਡੀ ਵਰਬ ਦੀ ਇੱਥੇ ਫਾਰਮ ਕੀ ਲੱਗਦੀ ਆ? ING ਲੱਗਦੀ ਆ, ਕਿਉਂਕਿ ਇੱਥੇ ਸਾਡੇ ਕੋਲੇ ਕੀ ਆ? ਕੰਟੀਨਿਊਸ ਆ। ਹੈਵ ਵੀ ਲੱਗੂਗਾ, ਕਿਉਂ? ਕਿਉਂਕਿ ਇੱਥੇ ਸਾਡੇ ਕੋਲੇ ਪਰਫੈਕਸ਼ਨ ਵੀ ਆ। ਹੈਵ ਦੇ ਨਾਲ ਇੱਕ ਵਰਡ ਐਡ ਹੋਊਗਾ, ਦੈਟ ਵਿਲ ਬੀ ਬੀਨ। ਤਾਂ ਮੇਰੇ ਕੋਲ ਕੀ ਇੱਥੇ ਆਊਗਾ?
हैव बीन प्लस ing। तो मेरा सेंटेंस की बनूगा चिल्ड्रन हैव बीन, पढ़ रहे हैं, चिल्ड्रन हैव बीन स्टडिंग। हुण टाइम आ, एक पर्टिकुलर टाइम आ 2 बजे, चिल्ड्रन हैव बीन स्टडिंग सिंस 2 o'clock। हुण इत्थे बहुत कन्फ्यूजन हुंदी है बच्चों नूं कि सिंस ते फॉर च की डिफरेंस आ। कुछ सेंटेंसेस सेंस लैंदे आ, कुछ सेंटेंसेस फॉर लैंदे आ। हुण जिथे साडे कोल एक पर्टिकुलर टाइम आ, जिवें मैं तुहानूं कहा कि बच्चे 2 बजे तो पढ़ रहे आ, तो वो मैनूं टाइम पता वा, तो इत्थे सेंस लगूगा। अगर मैं कहां बच्चे पिछले 4 घंटे तो पढ़ रहे हैं, मैनूं नहीं पता वो किहड़े 4 घंटिਆਂ तो पढ़ रहे आ, तो इत्थे मेरा फॉर लगूगा। किवें बनूगा सेंटेंस डिफरेंस? चिल्ड्रन हैव बीन स्टडिंग फॉर 4 hours। अगर वही मैनूं पर्टिकुलर टाइम पता तो मैं की कहूँगी चिल्ड्रन हैव बीन स्टडिंग सिंस 2 o'clock। प्रेजेंट क्लियर? लेट्स गो टू पास्ट। पास्ट विच की होगा? सिंपल परफेक्ट कंटीन्यूअस आ, कंटीन्यूअस नूं की कंटीन्यूअस की देना सी ing। हुण परफेक्शन आ तां असीं की देना आ हैव बीन देना है। सॉरी, पास्ट विच असीं देना आ हैड बीन। मेरे को सेंटेंस है बच्चे 2 बजे तो पढ़ रहे सन, तो मेरी इंग्लिश की बोलूंगी चिल्ड्रन हैड, पास्ट आना, चिल्ड्रन हैड बीन स्टडिंग सिंस 2 o'clock। ਇਹਦੇ ਵਿੱਚ कोई फ्यूचर नहीं होगा। आई होप ਤੁਹਾਨੂੰ वीडियो समझ आई होगी। आ टेंस का चार्ट ਤੁਹਾਨੂੰ ਹੁਣ थोड़ा ਜਿਹਾ ईजी लग्या होगा। अगर ਤੁਹਾਨੂੰ वीडियो पसंद आई तो प्लीज़ लाइक द वीडियो। थोड़ी इंग्लिश ਨੂੰ अगर तुसी ईजी वे च समझना चाहते हो तो प्लीज़ चैनल ਨੂੰ सबसक्राइब करो। एंड ਜਿਹੜੇ भी ਤੁਹਾਡੇ फ्रेंड्स इंग्लिश ਨੂੰ समझਣ ਲਈ प्रॉब्लम फेस कर रहे हैं उन्होंने शेयर करो। थैंक यू सो मच।